ਇੱਕ ਓੰਕਾਰ ਸਤਿਗੁਰ ਪ੍ਰਸਾਦ। ਭਾਈ ਸਾਹਿਬ ਰਣਧੀਰ ਸਿੰਘ ਜੀ ਨਾਰੰਗਵਾਲ ਦੀ ਮਹਾਂਪ੍ਰਸਾਦ ਮਾਸ ਦੀ ਨਖੇਦੀ ਵਿੱਚ ਲਿਖੀ ਗਈ ਪੁਸਤਕ ਝਟਕਾ ਪਰਥਾਏ ਤਤ ਗੁਰਮਤਿ ਨਿਰਣੇ ਦੇ ਉੱਤਰ ਵਿੱਚ ਝਟਕਾ ਪ੍ਰਕਾਸ਼ ਅਰਥਾਤ ਕਿ ਮਾਸ ਖਾਣ ਨਾਲ ਸਿੱਖ ਪਤਿਤ ਹੋ ਜਾਂਦਾ ਹੈ। ਕਰਤਾ ਗਿਆਨੀ ਨਰਿੰਜਨ ਸਿੰਘ ਸਰਲ, ਸਾਬਕਾ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਪਿੰਡ ਕੁੱਤਿਆਂਵਾਲੀ, ਜ਼ਿਲ੍ਹਾ ਫਿਰੋਜ਼ਪੁਰ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਭਾਗ ਪਹਿਲਾ। ਉਥਾਨਕਾ। ਗੁਰਬਾਣੀ ਵਿੱਚ ਝਟਕਾ ਸ਼ਬਦ, ਕੁੱਠਾ ਸ਼ਬਦ ਮੁਤੱਲਕ ਸ਼ਾਲਵਾਕ ਅਤੇ ਕੁੱਠਾ ਸ਼ਬਦ ਪ੍ਰਸਿੱਧ ਕਿਵੇਂ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੋਂ ਕੋਈ 2.5 ਸਾਲ ਪਹਿਲੇ ਮੈਨੂੰ ਇੱਕ ਪ੍ਰਸ਼ਨੋਤਰੀ ਨਾਮ ਦਾ ਟਰੈਕਟ ਮਿਲਿਆ, ਜਿਸ ਵਿੱਚ ਨਝੱਕ ਸਿੰਘ ਤੇ ਗੁਰਪ੍ਰਸਾਦ ਸਿੰਘ ਦੇ ਨਾਮ ਤੇ ਨਾਟਕ ਦੇ ਢੰਗ ਨਾਲ ਝਟਕਾ ਮਾਸ ਦੇ ਵਿਸ਼ੇ ਤੇ ਚਰਚਾ ਕੀਤੀ ਗਈ ਹੈ। ਇਹ ਟਰੈਕਟ ਮੈਨੂੰ ਭਾਈ ਰਣਧੀਰ ਸਿੰਘ ਜੀ ਦੇ ਹੱਥਾਂ ਦਾ ਲਿਖਿਆ ਹੋਇਆ ਸਾਬਤ ਹੋਇਆ। ਉਸ ਵਿੱਚ ਉਹਨਾਂ ਨੇ ਇਹ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਗੁਰਮਤਿ ਵਿੱਚ ਮਾਸ ਖਾਣਾ ਉੱਕਾ ਹੀ ਵਿਵਰਜਿਤ ਹੈ। ਝਟਕੇ ਤੇ ਕੁੱਠੇ ਵਿੱਚ ਕੋਈ ਵਿਤਕਰਾ ਨਹੀਂ। ਮਾਸ ਭਾਵੇਂ ਕਿਸੇ ਵੀ ਤਰੀਕੇ ਨਾਲ ਤਿਆਰ ਕੀਤਾ ਜਾਵੇ, ਉਸ ਦੇ ਖਾਣ ਨਾਲ ਸਿੱਖ ਪਤਿਤ ਹੋ ਜਾਂਦਾ ਹੈ ਤੇ ਉਸ ਨੂੰ ਦੁਬਾਰਾ ਅੰਮ੍ਰਿਤ ਛਕਣਾ ਜ਼ਰੂਰੀ ਹੋ ਜਾਂਦਾ ਹੈ। ਉਹਨਾਂ ਦਾ ਇਹ ਫਤਵਾ ਗੁਰਮਤਿ ਵਿਰੁੱਧ ਸਮਝ ਕੇ ਮੈਂ ਇਸ ਦਾ ਉੱਤਰ ਲਿਖਣਾ ਆਰੰਭ ਕੀਤਾ ਤੇ ਉਸ ਦਾ ਇੱਕ ਖਰੜਾ ਤਿਆਰ ਕਰ ਲਿਆ। ਜਦ ਮੈਂ ਪਿਛਲੇ ਸਾਲ ਅੰਮ੍ਰਿਤਸਰ ਆਇਆ ਤਾਂ ਮੈਨੂੰ ਉਹਨਾਂ ਦੀ ਤਤ ਗੁਰਮਤਿ ਨਿਰਣੇ ਵਾਲੀ ਵੱਡੀ ਸਾਰੀ ਪੁਸਤਕ ਮਿਲ ਗਈ ਤੇ ਉਹ ਪ੍ਰਸ਼ਨੋਤਰੀ ਟਰੈਕਟ ਵੀ ਉਸ ਦੇ ਨਾਲ ਹੀ ਛਪਿਆ ਹੋਇਆ ਵੇਖਿਆ ਤਾਂ ਸਾਰਾ ਪੜ੍ਹਨ ਤੋਂ ਪਤਾ ਲੱਗਾ ਕਿ ਇਹ ਪ੍ਰਸ਼ਨੋਤਰੀ ਦੇ ਆਧਾਰ ਤੇ ਲਿਖਿਆ ਖਰੜਾ ਉਸ ਦਾ ਪੂਰਾ ਉੱਤਰ ਨਹੀਂ, ਜਿਸ ਕਰਕੇ ਮੈਂ ਪਹਿਲਾਂ ਵਾਲਾ ਖਰੜਾ ਰੱਦ ਕਰਕੇ ਦੁਬਾਰਾ ਫਿਰ ਲਿਖਿਆ। ਭਾਈ ਰਣਧੀਰ ਸਿੰਘ ਜੀ ਦੀ ਉਸ ਮੁਕੰਮਲ ਪੁਸਤਕ ਵਿੱਚ ਭਾਵੇਂ ਉਸੇ ਸਿਧਾਂਤ ਉੱਤੇ ਹੀ ਬਹਿਸ ਕੀਤੀ ਗਈ ਸੀ, ਪਰ ਉਸ ਵਿੱਚ ਜਿਹੜੀ ਸ਼ਬਦਾਵਲੀ ਉਹਨਾਂ ਵਰਤੀ ਹੈ ਉਸ ਨੇ ਤਾਂ ਬਲਦੀ ਤੇ ਤੇਲ ਵਾਲਾ ਕੰਮ ਕੀਤਾ, ਜਿਸ ਨੇ ਮੈਨੂੰ ਪਹਿਲੇ ਨਾਲੋਂ ਵਧੇਕ ਜੋਸ਼ ਵਿੱਚ ਲੈ ਆਂਦਾ। ਉਸ ਵਿੱਚ ਉਹਨਾਂ ਨੇ ਮਾਸ ਖਾਣ ਵਾਲੇ ਸਿੰਘਾਂ ਨੂੰ ਇਤਨੀਆਂ ਗਾਲਾਂ ਕੱਢੀਆਂ ਹਨ ਕਿ ਦਿੱਲੀ ਦੀਆਂ ਪਠਿਆਰਨਾਂ ਨੂੰ ਮਾਤ ਪਾ ਦਿੱਤਾ ਹੈ। ਉਹਨਾਂ ਦਾ ਕੁਝ ਕੁ ਨਮੂਨਾ ਪਾਠਕਾਂ ਦੀ ਦ੍ਰਿਸ਼ਟੀ ਗੋਚਰ ਕਰਦਾ ਹਾਂ, ਜਿਹਾ ਕਿ ਪੱਕੇ ਕਸਾਈ, ਕਾਇਰ, ਹਥਿਆਰੇ, ਨੀਅਤ ਫਿੱਟੀ ਵਾਲੇ, ਮਹਾਂਪ੍ਰਿਸ਼ਟ, ਮਲਪੱਖੀ ਜਿਸ ਦਾ ਭਾਵ ਹੈ ਵਿਸ਼ਟਾ ਖਾਣ ਵਾਲੇ ਅਦਕ ਜਾਣ ਪਛਾਣ ਲਈ ਇਸੇ ਪੁਸਤਕ ਦਾ ਮਿੱਠ ਬੋਲੜੇ ਵਾਲਾ ਕਾਂਡ ਪੜ੍ਹੋ। ਇਹਨਾਂ ਗਾਲਾਂ ਦਾ ਜਵਾਬ ਮੈਂ ਗਾਲਾਂ ਨਾਲ ਦੇਣ ਦਾ ਯਤਨ ਨਹੀਂ ਕੀਤਾ ਤੇ ਉਹਨਾਂ ਵਰਗੀ ਸ਼ਬਦਾਵਲੀ ਨੂੰ ਸੱਭਿਅਤਾ ਤੇ ਵਿਦਵਤਾ ਦੇ ਵਿਰੁੱਧ ਸਮਝ ਕੇ ਇੱਥੇ ਥਾਂ ਨਹੀਂ ਦਿੱਤੀ, ਪਰ ਦਲੀਲ ਦਾ ਜਵਾਬ ਦਲੀਲ ਨਾਲ ਹੀ ਦੇਣ ਦਾ ਯਤਨ ਕੀਤਾ ਹੈ। ਮੈਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਝਟਕਾ ਪ੍ਰਕਾਸ਼ ਦੇ ਪੜ੍ਹ ਲੈਣ ਨਾਲ ਭਾਈ ਜੀ ਵੱਲੋਂ ਮਾਸ ਦੇ ਵਿਰੁੱਧ ਪੈਦਾ ਕੀਤੇ ਸ਼ੰਕਿਆਂ ਦੀ ਨਿਵਰਤੀ ਜ਼ਰੂਰ ਹੋ ਜਾਵੇਗੀ। ਕਈ ਥਾਈਂ ਭਾਈ ਸਾਹਿਬ ਨੇ ਛੋਟੀਆਂ ਗੱਲਾਂ ਨੂੰ ਵਧਾਉਣ ਦੀ ਖਾਤਰ ਬੇਲੋੜੀ ਕਲਮ ਹੀ ਚਲਾਈ ਹੈ, ਪਰ ਮੈਂ ਉਸ ਝੰਬੇੜੇ ਨੂੰ ਛੱਡ ਕੇ ਉਹਨਾਂ ਦੇ ਚੋਣਵੇਂ ਔਰ ਮੋਟੇ ਸਵਾਲਾਂ ਨੂੰ ਮੁੱਖ ਰੱਖ ਕੇ ਉਹਨਾਂ ਦਾ ਜਵਾਬ ਦੇਣ ਦਾ ਯਤਨ ਕੀਤਾ ਹੈ। ਸਿਆਣੇ ਕਹਿੰਦੇ ਹਨ ਕਿ ਹਾਥੀ ਦੇ ਪੈਰ ਹੇਠ ਸਭ ਦੇ ਪੈਰ ਆ ਜਾਂਦੇ ਹਨ, ਇਸ ਲਈ ਉਹਨਾਂ ਦੀਆਂ ਸਾਰੀਆਂ ਗੱਲਾਂ ਦਾ ਸ਼ੰਕਾ ਸਮਾਧਾਨ ਇਹਨਾਂ ਨਾਲ ਹੀ ਹੋ ਸਕਦਾ ਹੈ। ਮੈਂ ਉਹਨਾਂ ਸੱਜਣਾ ਤੇ ਲਿਖਾਰੀਆਂ ਦਾ ਦਿਲੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀਆਂ ਰਚਨਾਵਾਂ ਦੀ ਸਹਾਇਤਾ ਨਾਲ ਮੈਂ ਭਾਈ ਸਾਹਿਬ ਰਣਧੀਰ ਸਿੰਘ ਜੀ ਦੀ ਮਾਸ ਖਾਣ ਸੰਬੰਧੀ ਗਲਤ ਬਿਆਨੀ ਨੂੰ ਗਲਤ ਸਾਬਤ ਕਰਨ ਦਾ ਯਤਨ ਕੀਤਾ ਹੈ। ਮੈਂ ਉਹਨਾਂ ਸੱਜਣਾ ਤੇ ਵਿਦਵਾਨਾਂ ਦਾ ਵੀ ਧੰਨਵਾਦੀ ਹੋਵਾਂਗਾ ਜੋ ਇਸ ਵਿਸ਼ੇ ਸੰਬੰਧੀ ਆਪਣੇ ਸ਼ੁਭ ਵਿਚਾਰ ਮੈਨੂੰ ਭੇਜਣਗੇ। ਗਿਆਨੀ ਨਰਿੰਜਨ ਸਿੰਘ ਸਰਲ, ਪਿੰਡ ਕੁੱਤਿਆਂਵਾਲੀ, ਡਾਕਖਾਨਾ ਖਾਸ, ਬਰਾਸਤਾ ਲੰਬੀ, ਜ਼ਿਲ੍ਹਾ ਫਿਰੋਜ਼ਪੁਰ, 3 ਦਸੰਬਰ 1966। ਗੁਰਬਾਣੀ ਵਿੱਚ ਝਟਕਾ ਸ਼ਬਦ। ਭਾਈ ਰਣਧੀਰ ਸਿੰਘ ਨੇ ਆਪਣੀ ਪੁਸਤਕ ਤਤ ਗੁਰਮਤਿ ਨਿਰਣੇ ਵਿੱਚ ਪਹਿਲਾ ਇਤਰਾਜ਼ ਇਹ ਕੀਤਾ ਹੈ ਕਿ ਤੁਸੀਂ ਗੁਰਬਾਣੀ ਤੋਂ ਜਾਂ ਗੁਰੂ ਘਰ ਦੇ ਕਿਸੇ ਹੋਰ ਕੋਸ਼ ਤੋਂ ਝਟਕਾ ਪਦ ਸਾਬਤ ਨਹੀਂ ਕਰ ਸਕਦੇ। ਇਹ ਗੱਲ ਭਾਈ ਸਾਹਿਬ ਨੇ ਬੇਲੋੜੀ ਹੀ ਲਿਖ ਮਾਰੀ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਸ਼ਬਦ ਦਾ ਨਾ ਹੋਣਾ ਉਸ ਦਾ ਖੰਡਨ ਨਹੀਂ ਕਰਦਾ। ਕਈ ਸ਼ਬਦ ਐਸੇ ਹਨ ਜਿਨ੍ਹਾਂ ਦੇ ਵਰਤਣ ਦੀ ਸਾਨੂੰ ਲੋੜ ਪੈਂਦੀ ਹੈ, ਪਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਹੋਏ ਨਹੀਂ ਹੁੰਦੇ। ਕਈ ਲਿਖੇ ਤਾਂ ਹੁੰਦੇ ਹਨ ਪਰ ਅਸੀਂ ਉਹਨਾਂ ਦੀ ਵਰਤੋਂ ਨਹੀਂ ਕਰਦੇ।
ਇਸ ਲਈ ਅਜਿਹੇ ਸ਼ਬਦਾਂ ਦਾ ਵਰਤਣਾ ਜਾਂ ਨਾ ਵਰਤਣਾ ਗੁਰਮਤ ਜਾਂ ਮਨਮਤ ਨਾਲ ਸੰਬੰਧ ਨਹੀਂ ਰੱਖਦਾ। ਇਹ ਤਾਂ ਉਹੋ ਜਿਹਾ ਸਵਾਲ ਹੈ ਕਿ ਜਿਵੇਂ ਕੋਈ ਸਾਨੂੰ ਪੁੱਛੇ ਕਿ ਗੁਰਬਾਣੀ ਵਿੱਚ ਕਿੱਥੇ ਲਿਖਿਆ ਹੈ ਕਿ ਤੰਬਾਕੂ ਦੇ ਵਰਤਣ ਨਾਲ ਸਿੱਖ ਪਤਿਤ ਹੋ ਜਾਂਦਾ ਹੈ, 5 ਕਕਾਰ ਦੀ ਰਹਿਤ, ਖੰਡੇ ਦਾ ਅੰਮ੍ਰਿਤ ਤੇ ਹੋਰ ਕਈ ਮਸਲੇ ਸਿੱਖ ਇਤਿਹਾਸ ਜਾਂ ਰਹਿਤਨਾਮਿਆਂ ਨਾਲ ਸੰਬੰਧ ਰੱਖਦੇ ਹਨ। ਜਦ ਗੁਰੂ ਦਸ਼ਮੇਸ਼ ਜੀ ਨੇ ਖਾਲਸਾ ਪੰਥ ਸਜਾਇਆ ਤੇ ਜੋ ਰਹਿਤ ਉਸ ਵੇਲੇ ਉਹਨਾਂ ਨੇ ਆਪਣੇ ਸਿੰਘਾਂ ਨੂੰ ਦੱਸੀ, ਉਸ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੱਭਣਾ ਸੰਭਵ ਨਹੀਂ। ਉਸ ਦਾ ਸਬੂਤ ਲੱਭਣ ਲਈ ਸਾਨੂੰ ਰਹਿਤਨਾਮੇ ਤੇ ਇਤਿਹਾਸਕ ਗ੍ਰੰਥਾਂ ਦੀ ਪੜਚੋਲ ਕਰਨ ਦੀ ਲੋੜ ਹੈ। ਸੋ ਇਹਨਾਂ ਵਿੱਚ ਥਾਂ ਪਰ ਥਾਂ ਅਨੇਕ ਵਾਰ ਝਟਕਾ ਤੇ ਕੁੱਠਾ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਉੱਥੇ ਝਟਕਾ ਸ਼ਬਦ ਦੇ ਲੱਛਣ ਆਪੇ ਹੀ ਸਪਸ਼ਟ ਹੋ ਜਾਂਦੇ ਹਨ, ਜਿਹਾ ਕਿ ਤੁਰਤ ਮਾਰ ਝਟਕਾ ਕੀਓ। ਪਹਿਲੇ ਸਿੱਖ ਵਿਦਵਾਨਾਂ ਨੇ ਗੁਰਬਾਣੀ ਦੀ ਹੀ ਕੋਸ਼ ਤੇ ਪਰਿਆਏ ਲਿਖੇ ਸਨ, ਇਸ ਲਈ ਉਹਨਾਂ ਨੂੰ ਇਸ ਦੇ ਲੱਛਣ ਜਾਂ ਅਰਥ ਕਰਨ ਦੀ ਲੋੜ ਹੀ ਨਹੀਂ ਪਈ। ਪਰ ਜਦ ਭਾਈ ਕਾਨ ਸਿੰਘ ਜੀ ਨਾਭਾ ਨੇ ਸਾਰੇ ਸਿੱਖ ਸਾਹਿਤ, ਰਹਿਤਨਾਮਿਆਂ ਅਤੇ ਇਤਿਹਾਸ ਦਾ ਕੋਸ਼ ਤਿਆਰ ਕੀਤਾ ਤਾਂ ਉਹਨਾਂ ਇਸ ਝਟਕਾ ਸ਼ਬਦ ਦੀ ਵਿਆਖਿਆ ਵੀ ਕਰ ਦਿੱਤੀ। ਝਟਕਾ ਸ਼ਬਦ ਦਾ ਪ੍ਰਸਿੱਧ ਅੱਖਰੀ ਇਹੋ ਅਰਥ ਹੈ ਕਿ ਜਾਨਵਰ ਨੂੰ ਝਟਪਟ ਤੁਰਤ ਫੁਰਤ ਮਾਰਿਆ ਜਾਵੇ। ਜਥਾ ਸੰਭਵ ਇਹ ਤਰੀਕਾ ਹੀ ਅਖਤਿਆਰ ਕੀਤਾ ਜਾਂਦਾ ਹੈ। ਮੁਸਲਮਾਨਾਂ ਤੋਂ ਸਿਵਾਏ ਬਾਕੀ ਸਾਰੀ ਦੁਨੀਆ ਇਸ ਉੱਤੇ ਅਮਲ ਕਰ ਰਹੀ ਹੈ। ਜਾਨਵਰ ਨੂੰ ਤੜਫਾ ਕੇ ਮਾਰਨ ਦੀ ਕਿਰਿਆ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਨਾਲੇ ਇਸ ਗੱਲ ਦਾ ਖਿਆਲ ਵੀ ਰੱਖਿਆ ਜਾਂਦਾ ਹੈ ਕਿ ਕੋਈ ਜਾਨਵਰ ਜਿਸ ਤਰੀਕੇ ਨਾਲ ਸੌਖਾ ਮਾਰਿਆ ਜਾ ਸਕੇ ਉਹੀ ਝਟਕਾ ਮੰਨਿਆ ਜਾਂਦਾ ਹੈ। ਬੱਕਰੇ ਤੇ ਉਸ ਵਰਗੇ ਹੋਰ ਜਾਨਵਰਾਂ ਦਾ ਝਟਕਾ ਤਲਵਾਰ ਨਾਲ ਹੀ ਸੌਖਾ ਹੋ ਸਕਦਾ ਹੈ। ਇਹ ਤਲਵਾਰ ਦੀ ਸਿਖਲਾਈ ਦਾ ਉੱਤਮ ਢੰਗ ਹੈ। ਜਿਹੜਾ ਆਦਮੀ ਬੱਕਰੇ ਦਾ ਸਿਰ ਤਲਵਾਰ ਦੇ ਇੱਕ ਵਾਰ ਨਾਲ ਉਡਾ ਨਹੀਂ ਸਕਦਾ, ਉਸ ਨੂੰ ਤਲਵਾਰ ਚਲਾਉਣ ਦੀ ਪ੍ਰੀਖਿਆ ਵਿੱਚ ਫੇਲ ਹੀ ਸਮਝਿਆ ਜਾਂਦਾ ਹੈ। ਇਸ ਤੋਂ ਬਿਨਾਂ ਝਟਕੇ ਦਾ ਦੂਜਾ ਤਰੀਕਾ ਸ਼ਿਕਾਰ ਹੈ। ਹਰਨ ਨੂੰ ਗੋਲੀ ਜਾਂ ਤੀਰ ਨਾਲ ਮਾਰਿਆ ਜਾਂਦਾ ਹੈ। ਜੇ ਉਸ ਨਾਲ ਝਟਪਟ ਮਰ ਜਾਵੇ ਤਾਂ ਵੀ ਝਟਕਾ, ਤੇ ਜੇ ਉਸ ਕੋਲ ਪਹੁੰਚਣ ਤੱਕ ਜਿਉਂਦਾ ਰਹੇ ਤਾਂ ਉਸ ਵੇਲੇ ਉਸ ਦਾ ਸਿਰ ਕੱਟ ਦਿੱਤਾ ਜਾਂਦਾ ਹੈ ਤੇ ਉਹ ਵੀ ਝਟਕੇ ਵਿੱਚ ਸ਼ੁਮਾਰ ਹੁੰਦਾ ਹੈ। ਤਾਂ ਹੀ ਤਾਂ ਗੁਰੂ ਜੀ ਨੇ ਮਾਛੀਵਾੜੇ ਵਿੱਚ ਗੁਲਾਬੇ ਮਸੰਦ ਦੇ ਘਰ ਗੋਲੀ ਨਾਲ ਬੱਕਾ ਝਟਕਾਇਆ ਸੀ। ਸੂਰ ਦਾ ਸ਼ਿਕਾਰ ਕਰਨ ਵੇਲੇ ਵਰਸ਼ਾ ਵਰਤਿਆ ਜਾਂਦਾ ਹੈ। ਉੱਡਦੇ ਜਾਨਵਰਾਂ ਦੀ ਡਾਰ ਉੱਤੇ ਸ਼ਰਾ ਚਲਾ ਕੇ ਉਹਨਾਂ ਨੂੰ ਗਿਰਾ ਦਈਦਾ ਹੈ। ਤਿੱਤਰ, ਬਟੇਰੇ ਤੇ ਪਟੇਟਰ ਆਦਿਕਾਂ ਵਾਸਤੇ ਸ਼ਿਕਰੇ, ਬਾਜ ਤੇ ਚਰਗ ਆਦਿ ਛੱਡੇ ਜਾਂਦੇ ਹਨ। ਜਾਨਵਰ ਨੂੰ ਪਕੜ ਕੇ ਸ਼ਿਕਾਰੀ ਪੰਛੀ ਸ਼ਿਕਾਰੀ ਦੇ ਹੱਥ ਉੱਤੇ ਆ ਬੈਠਦੇ ਹਨ ਤੇ ਪਕੜਿਆ ਸ਼ਿਕਾਰ ਵੀ ਉਸ ਦੇ ਹਵਾਲੇ ਕਰ ਦਿੰਦੇ ਹਨ। ਉਸ ਵੇਲੇ ਭਾਵੇਂ ਸ਼ਿਕਾਰੀ ਉਸ ਜਾਨਵਰ ਦੀ ਸਿਰੀ ਹੱਥ ਨਾਲ ਮਰੋੜ ਲਵੇ ਤੇ ਭਾਵੇਂ ਕਿਸੇ ਛੋਟੇ ਹਥਿਆਰ ਨਾਲ ਕੱਟ ਦੇਵੇ। ਇਹ ਸਭ ਕੁਝ ਝਟਕੇ ਵਿੱਚ ਸ਼ਾਮਲ ਹੈ। ਤਲਵਾਰ ਨਾਲ ਤਾਂ ਉਸੇ ਜਾਨਵਰ ਦਾ ਹੀ ਝਟਕਾ ਹੋ ਸਕਦਾ ਹੈ ਜਿਸ ਦੀ ਧੌਣ ਤੇ ਤਲਵਾਰ ਫਿੱਟ ਆ ਸਕਦੀ ਹੋਵੇ। ਕੁੱਤੇ ਆਮ ਤੌਰ ਤੇ ਝਾੜੀਆਂ ਵਿੱਚੋਂ ਸ਼ਿਕਾਰ ਬਾਹਰ ਕੱਢਣ ਦਾ ਕੰਮ ਕਰਦੇ ਹਨ। ਹਰਨਾਂ ਅਤੇ ਸਾਇਆਂ ਨੂੰ ਪਕੜਨਾ ਉਹਨਾਂ ਦਾ ਵਿਸ਼ੇਸ਼ ਕੰਮ ਹੈ। ਸ਼ਿਕਾਰੀ ਕੁੱਤਿਆਂ ਨੂੰ ਵੀ ਬਾਜਾਂ ਵਾਂਗ ਇਸ ਤਰ੍ਹਾਂ ਦੀ ਟ੍ਰੇਨਿੰਗ ਸਿੱਖਿਆ ਦਿੱਤੀ ਜਾਂਦੀ ਹੈ ਕਿ ਉਹ ਖਰਗੋਸ਼ ਆਦਿਕ ਜਾਨਵਰਾਂ ਨੂੰ ਬਿਨਾਂ ਪਾੜ ਚੀੜ ਕੀਤੇ ਮਾਲਕ ਦੇ ਕੋਲ ਲਿਆ ਰੱਖਣ। ਹੋਰ ਕੁੱਤਿਆਂ ਕਦੀ ਸ਼ੇਰ ਨਹੀਂ ਮਾਰੇ, ਉਹ ਸਿਰਫ ਇਹਨਾਂ ਹਰਨਾਂ ਤੇ ਸਹਿਆਂ ਵਾਸਤੇ ਹੀ ਹੁੰਦੇ ਹਨ। ਜੇ ਕਿਸੇ ਸੱਜਣ ਨੂੰ ਇਸ ਵਿੱਚ ਕੋਈ ਗਿਲਾਨੀ ਪ੍ਰਤੀਤ ਹੁੰਦੀ ਹੋਵੇ ਤਾਂ ਉਹ ਭਾਈ ਗੁਰਦਾਸ ਜੀ ਪਾਸੋਂ ਪੁੱਛ ਲਵੇ ਕਿ ਕੁੱਤੇ ਰੱਖ ਸ਼ਿਕਾਰ ਖਿਲਾਇਆ। ਵਾਰ 26 ਪੌੜੀ 24 ਦਾ ਕੀ ਅਰਥ ਹੈ ਤੇ ਉਹਨਾਂ ਦੇ ਪਕੜੇ ਅਰ ਪਾੜੇ ਝੀੜੇ ਜਾਨਵਰਾਂ ਦਾ ਕੀ ਬਣਾਇਆ ਜਾਂਦਾ ਸੀ, ਕਿਉਂਕਿ ਉਹ ਮੌਕਿਆਂ ਦੇ ਗਵਾਹ ਹਨ। ਭਾਈ ਸਾਹਿਬ ਝਟਕੇ ਨੂੰ ਹਿੰਦੂਆਂ ਦੀ ਰਸਮ ਦੱਸ ਕੇ ਸਿੱਖਾਂ ਲਈ ਹਰਾਮ ਸਾਬਤ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ। ਇਹ ਗੱਲ ਦਰੁਸਤ ਹੈ ਕਿ ਮਾਸ ਖਾਣ ਵਾਲੇ ਛਤਰੀ ਤੇ ਰਾਜਪੂਤ ਹਿੰਦੂ ਮੁੱਢ ਤੋਂ ਹੀ ਮਾਸ ਖਾਂਦੇ, ਸ਼ਿਕਾਰ ਖੇਡਦੇ, ਤਲਵਾਰ ਨਾਲ ਬੱਕਰਿਆਂ ਦੇ ਝਟਕੇ ਕਰਦੇ ਆਏ ਹਨ। ਉਹਨਾਂ ਦਾ ਇਹ ਤਰੀਕਾ ਅਸੂਲਨ ਠੀਕ ਸੀ। ਇਸ ਲਈ ਕੋਈ ਭਰਮ ਵਹਿਮ ਜਾਂ ਮਜ਼ਹਬੀ ਤਵੱਸਬ ਦੀ ਬੂ ਤੱਕ ਨਹੀਂ ਸੀ। ਪਰ ਜਦ ਮੁਸਲਮਾਨਾਂ ਨੇ ਹਿੰਦੁਸਤਾਨ ਵਿੱਚ ਆ ਕੇ ਹਿੰਦੂਆਂ ਨੂੰ ਪੂਰੀ ਤਰ੍ਹਾਂ ਗੁਲਾਮ ਬਣਾ ਲਿਆ ਤਾਂ ਉਹਨਾਂ ਨੇ ਹਿੰਦੂਆਂ ਦੀਆਂ ਧਾਰਮਿਕ ਰਸਮਾਂ ਵਿੱਚ ਵੀ ਦਖਲ ਦੇਣਾ ਸ਼ੁਰੂ ਕਰ ਦਿੱਤਾ, ਭਾਵੇਂ ਉਹ ਠੀਕ ਸਨ। ਇਸ ਲਈ ਉਹਨਾਂ ਨੇ ਹਿੰਦੂਆਂ ਦੀ ਇਸ ਦਰੁਸਤ ਮਰਜ਼ਾਦਾ ਨੂੰ ਵੀ ਤਲਵਾਰ ਦੇ ਜ਼ੋਰ ਨਾਲ ਬੰਦ ਕੀਤਾ। ਇਸ ਹੁਕਮ ਦੀ ਉਲੰਘਣਾ ਕਰਕੇ
ਜੇ ਕਿਸੇ ਹਿੰਦੂ ਨੇ ਕਿਤੇ ਕੁਕੜੀ ਝਟਕਾਉਣ ਵਾਲੀ ਵੀ ਹੁਕਮ ਅਦੂਲੀ ਕੀਤੀ ਤਾਂ ਉਸ ਨੂੰ ਝੱਟ ਪਕੜ ਲਿਆ ਗਿਆ। ਇਸ ਗੁਨਾਹ ਦੇ ਕਾਰਨ ਜਾਂ ਤਾਂ ਉਸ ਨੂੰ ਮੁਸਲਮਾਨ ਬਣਨਾ ਪਿਆ ਤੇ ਜਾਂ ਮੌਤ ਕਬੂਲ ਕਰਨੀ ਪਈ। ਕਾਜੀ ਲੋਕ ਜਿਸ ਜਾਨਵਰ ਨੂੰ ਕਲਮਾ ਪੜ੍ਹ ਕੇ ਤੇ ਪੁੱਠਾ ਪਾ ਕੇ ਛੁਰੀ ਦੇ ਕਈਆਂ ਘਸਰਿਆਂ ਨਾਲ ਤੜਫਾ ਕੇ ਕੋਂਦੇ ਸਨ, ਉਹਨੂੰ ਉਹ ਹਲਾਲ ਆਖਦੇ ਸਨ। ਉਹਨਾਂ ਦਾ ਸਿਧਾਂਤ ਇਹ ਸੀ ਕਿ ਇਸ ਤਰ੍ਹਾਂ ਮਾਰਿਆ ਹੋਇਆ ਜਾਨਵਰ ਖੁਦਾ ਦੀ ਭੇਟ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਨਾਲ ਖੁਦਾ ਜਾਨਵਰ ਦੀ ਕੁਰਬਾਨੀ ਲੈ ਕੇ ਉਸ ਦੇ ਕੁਰਬਾਨੀ ਦੇਣ ਵਾਲੇ ਮਨੁੱਖ ਦੇ ਗੁਨਾਹ ਮਾਫ ਕਰ ਦਿੰਦਾ ਹੈ। ਪਹਿਲ ਹਿੰਦੂ ਲੋਕ ਇਸ ਤਰ੍ਹਾਂ ਕਲਮਾ ਪੜ੍ਹ ਕੇ ਮਾਰਿਆ ਬੱਕਰਾ ਖਾਣ ਨੂੰ ਮੁਸਲਮਾਨ ਹੋ ਜਾਣ ਦੇ ਤੁੱਲ ਖਿਆਲ ਕਰਦੇ ਸਨ ਤੇ ਕਲਮਾ ਤੇ ਉਹਨਾਂ ਦੀ ਬੋਲੀ ਅਰਬੀ ਤੇ ਫਾਰਸੀ ਨੂੰ ਮਲੇਸ਼ ਭਾਸ਼ਾ ਆਖਦੇ ਸਨ। ਇਹਨਾਂ ਦਾ ਪੜ੍ਹਨਾ ਸੁਣਨਾ ਵੀ ਮਲੇਸ਼ ਪੁਣੇ ਵਿੱਚ ਸ਼ਾਮਲ ਸੀ। ਕਿਸੇ ਦੂਜੇ ਦੇ ਮਜ਼ਹਬ ਦੇ ਮੰਤਰ ਮੁੱਢ ਦੀ ਕਲਾਮ ਨੂੰ ਮੰਨ ਲੈਣਾ, ਉਸ ਦਾ ਖਾਣਾ ਖਾ ਲੈਣਾ ਤੇ ਲਿਬਾਸ ਪਹਿਨ ਲੈਣਾ ਉਸ ਧਰਮ ਵਿੱਚ ਸ਼ਾਮਲ ਹੋਣਾ ਸਮਝਿਆ ਜਾਂਦਾ ਸੀ। ਪਰ ਹੁੰਦੇ ਹਿੰਦੂਆਂ ਨੇ ਇਸ ਨੂੰ ਸਹਿ ਲਿਆ। ਜਦ ਹਿੰਦੂ ਪੂਰੀ ਤੌਰ ਤੇ ਗੁਲਾਮ ਬਣ ਗਿਆ ਤਾਂ ਉਸ ਨੇ ਪਹਿਲੇ ਹਿੰਦੂਆਂ ਦੀ ਇਸ ਝਟਕਾ ਕਰਨ ਵਾਲੀ ਰਸਮ ਦੇ ਹੀ ਕਾਨੂੰਨੇ ਕੰਟਰੋਲ ਪੱਕਾ ਕੀਤਾ। ਹਿੰਦੂਆਂ ਨੇ ਇਸ ਤਰ੍ਹਾਂ ਮੁਸਲਮਾਨ ਦੀ ਲੱਤ ਹੇਠੋਂ ਲੰਘਣਾ ਪ੍ਰਵਾਨ ਕਰ ਲਿਆ ਤੇ ਅਪਾਖਿਆ ਕਾ ਕੁੱਠਾ ਬੱਕਰਾ ਹਲਾਲ ਖਾਣਾ ਸ਼ੁਰੂ ਕਰ ਦਿੱਤਾ। ਇਹ ਇਹਨਾਂ ਦੀ ਅੱਤ ਦਰਜੇ ਦੀ ਕਮਜ਼ੋਰੀ ਔਰ ਇਸਲਾਮ ਕਬੂਲ ਕਰਨ ਦੇ ਬਰਾਬਰ ਸੀ। ਫਿਰ ਤਾਂ ਇਹਨਾਂ ਵਿੱਚ ਇਸ ਤਰ੍ਹਾਂ ਦੇ ਖਰੜ ਗਿਆਨੀ ਵੀ ਪੈਦਾ ਹੋ ਗਏ ਜਿਨ੍ਹਾਂ ਨੇ ਆਪਣੀ ਕਮਜ਼ੋਰੀ ਉੱਤੇ ਪਰਦਾ ਪਾਉਣ ਲਈ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਚਲੋ ਖਾਣਾ ਤਾਂ ਮਾਸ ਹੀ ਹੈ, ਤਲਵਾਰ ਨਾਲ ਮਾਰ ਲਿਆ ਕੀ ਤੇ ਛੁਰੀ ਨਾਲ 4 ਕੱਸੇ ਵੱਧ ਲੱਗ ਕੇ ਤੇ ਕੀ, ਹੈਨ ਤਾਂ ਦੋਵੇਂ ਲੋਹੇ ਦੀਆਂ ਹੀ। ਇਸ ਤਰ੍ਹਾਂ ਹਿੰਦੂਆਂ ਨੇ ਮੁਸਲਮਾਨ ਦੇ ਛਿੱਤਰ ਹੇਠਾਂ ਪੂਰੀ ਤੌਰ ਤੇ ਸਿਰ ਨਿਵਾ ਦਿੱਤਾ, ਪਰ ਪੀਸਣੇ ਦਾ ਪੀਸਣਾ ਤੇ ਰੰਗੜੂਏ ਦਾ ਰੰਗੜੂਆ ਨਾ ਛੱਡਿਆ। ਪੰਡਤ ਨੇ ਇਹ ਫਤਵਾ ਦਿੱਤਾ ਸੀ ਕਿ ਕੁਰਾਨ ਦੀ ਬੋਲੀ ਅਪਾਖਿਆ ਮਲੇਸ਼ ਭਾਸ਼ਾ ਹੈ। ਜਿੱਥੋਂ ਤੱਕ ਇਸ ਦੀ ਆਵਾਜ਼ ਚਲੀ ਜਾਵੇ ਉੱਥੋਂ ਤੱਕ ਹਿੰਦੂ ਦਾ ਖਾਣਾ ਭ੍ਰਿਸ਼ਟ ਹੋ ਜਾਂਦਾ ਹੈ। ਪਰ ਸਰਕਾਰੀ ਨੌਕਰੀ ਦੇ ਲਾਲਚ ਵਿੱਚ ਆ ਕੇ ਇਹਨਾਂ ਅਰਬੀ ਤੇ ਫਾਰਸੀ ਵਾਲੀ ਮਲੇਸ਼ ਭਾਸ਼ਾ ਪੜ੍ਹਨੀ ਆਰੰਭ ਦਿੱਤੀ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ ਦਾ ਤਾਨਾ ਮਾਰਿਆ ਤੇ ਇਹਨਾਂ ਦੀ ਇਸ ਕਾਇਰਤਾ ਨੂੰ ਵੇਖ ਕੇ ਅਫਸੋਸ ਪ੍ਰਗਟ ਕੀਤਾ। ਇੱਕ ਪਾਸੇ ਤਾਂ ਹਿੰਦੂ ਬ੍ਰਾਹਮਣ ਤਕਰੀਬਨ ਅੱਧਾ ਮੁਸਲਮਾਨ ਬਣ ਚੁੱਕਾ ਹੈ ਤੇ ਦੂਜੇ ਪਾਸੇ ਆਪਣੇ ਭਰਾਵਾਂ ਨਾਲ ਉਸੇ ਤਰ੍ਹਾਂ ਛੂਤ-ਛਾਤ ਕਰਦਾ ਹੈ। ਇਸ ਪਖੰਡ ਵੱਲ ਤੱਕ ਕੇ ਹੀ ਗੁਰੂ ਜੀ ਨੇ ਆਖਿਆ ਕਿ ਦੱਸੋ ਪੰਡਤ ਜੀ, ਇੱਕ ਪਾਸੇ ਤਾਂ ਤੁਸੀਂ ਮੁਸਲਮਾਨਾਂ ਦੀ ਅਪਾਖਿਆ ਦਾ ਕੁੱਠਾ ਬੱਕਰਾ ਖਾਈ ਜਾਂਦੇ ਹੋ, ਉਹਨਾਂ ਦੀ ਵਰਦੀ ਜਿਸ ਨੂੰ ਅਜੇ ਕੱਲ ਤੁਸੀਂ ਮਲੇਸ਼ਾਂ ਦੀ ਪੁਸ਼ਾਕ ਸਮਝਦੇ ਸੀ ਵੀ ਪਹਿਨੀ ਫਿਰਦੇ ਹੋ ਤਾਂ ਕਿ ਤੁਹਾਨੂੰ ਮੁਸਲਮਾਨ ਮਜਲਿਸਾਂ ਵਿੱਚ ਮਾਣ ਪ੍ਰਾਪਤ ਹੋਵੇ ਤੇ ਉਹਨਾਂ ਦਾ ਧਾਨ ਤਨਖਾਹ ਲੈ ਕੇ ਪੁਰਾਣਾਂ ਦੀ ਪੂਜਾ ਕਰਦੇ ਹੋ ਔਰ ਆਪਣੀਆਂ ਧਾਰਮਿਕ ਰਸਮਾਂ ਅਦਾ ਕਰਦੇ ਹੋ, ਤਾਂ ਫਿਰ ਤੁਹਾਡੀ ਚੌਂਕੇ ਉੱਪਰ ਕਿਸੇ ਨਾ ਜਾਣਾ ਵਾਲੀ ਛੂਤ-ਛਾਤ ਦੇ ਕੀ ਅਰਥ ਹਨ। ਪਰੰਤੂ ਦਸ਼ਮੇਸ਼ ਪਿਤਾ ਨੇ ਇਸ ਧੱਕੇ ਅੱਗੇ ਨਿਉਣਾ ਪਸੰਦ ਨਾ ਕੀਤਾ। ਲੋਕਾਂ ਨੂੰ ਭੁਲੇਖਾ ਲੱਗ ਸਕਦਾ ਸੀ ਕਿ ਉਹ ਵੀ ਤਾਂ ਮਾਸ ਵਰਗਾ ਮਾਸ ਹੀ ਹੈ, ਪਰ ਜਿਹੜੀ ਕਮਜ਼ੋਰੀ ਤੇ ਗਿਰਾਵਟ ਇਸ ਨਾਲ ਸਬੰਧ ਰੱਖਦੀ ਸੀ ਉਸ ਨੂੰ ਗੁਰੂ ਜੀ ਨੇ ਚੰਗੀ ਤਰ੍ਹਾਂ ਭਾਂਪ ਲਿਆ। ਹੋਰ ਕਲਮਾ ਫੜ ਕੇ ਛੁਰੀ ਫੇਰਨ ਨਾਲ ਮਾਸ ਕੌੜਾ ਤਾਂ ਨਹੀਂ ਸੀ ਹੋ ਜਾਂਦਾ। ਭਾਵੇਂ ਰਾਮ ਤੇ ਖੁਦਾ ਦੋਵੇਂ ਅਕਾਲ ਪੁਰਖ ਦੇ ਹੀ ਨਾਮ ਹਨ, ਪਰ ਜਦੋਂ ਭਗਤ ਨਾਮਦੇਵ ਜੀ ਨੂੰ ਆਖਿਆ ਗਿਆ ਛੋੜ ਰਾਮ ਕੀ ਨਾ ਭਜੈ ਖੁਦਾਏ, ਤਾਂ ਉਹਨਾਂ ਕਿਹਾ ਗੰਗਾ ਜਮਨ ਜੋ ਉਲਟੀ ਬਹੈ ਤਉ ਨਾਮਾ ਹਰ ਕਰਤਾ ਰਹੈ। ਪਰ ਜੇ ਭਗਤ ਨਾਮਦੇਵ ਇਸ ਸ਼ਾਹੀ ਫਤਵੇ ਅੱਗੇ ਨਿਉ ਜਾਂਦਾ ਤਾਂ ਉਸ ਦਾ ਰਾਮ ਛੱਡ ਕੇ ਖੁਦਾ ਖੁਦਾ ਆਖਣ ਲੱਗ ਪੈਣਾ ਖੁਦਾ ਤੋਂ ਮੁਨਕਰ ਹੋਣ ਦੇ ਬਰਾਬਰ ਹੀ ਸੀ। ਜੇ ਭਗਤ ਜੀ ਕਿਸੇ ਡਰ ਦੇ ਅਧੀਨ ਆਰਾਮ ਛੱਡ ਕੇ ਖੁਦਾ ਖੁਦਾ ਆਖਣ ਲੱਗ ਜਾਂਦੇ ਤਾਂ ਫਿਰ ਕਿਸੇ ਨਾਸਤਕ ਤੋਂ ਡਰ ਕੇ ਖੁਦਾ ਦਾ ਨਾਮ ਵੀ ਛੱਡ ਸਕਦੇ ਸਨ। ਇਸੇ ਤਰ੍ਹਾਂ ਮੁਸਲਮਾਨ ਦੇ ਖੌਂਸੜੇ ਤੋਂ ਡਰ ਕੇ ਝਟਕਾ ਛੱਡ ਕੇ ਉਸ ਦਾ ਬਣਾਇਆ ਹੋਇਆ ਮਾਸ ਖਾਣ ਲੱਗ ਜਾਣਾ ਧਰਮਹੀਣਤਾ ਸੀ। ਇਸ ਲਈ ਦਸ਼ਮੇਸ਼ ਪਿਤਾ ਨੇ ਉਸ ਦੇ ਖਿਲਾਫ ਡਟ ਕੇ ਪ੍ਰੋਟੈਸਟ ਕੀਤਾ ਤੇ ਆਖਿਆ ਕਿ ਜਿਹੜਾ ਵੀ ਸਿੱਖ ਇਹ ਕੁੱਠਾ ਖਾਏਗਾ ਉਹ ਸਿੱਖੀਓਂ ਪਤਲ ਸਮਝਿਆ ਜਾਵੇਗਾ, ਕਿਉਂਕਿ ਐਸਾ ਕਰਨਾ ਮੁਸਲਮਾਨ ਦੇ ਛਿੱਤਰ ਹੇਠ ਸਿਰ ਝੁਕਾਉਣਾ ਹੈ। ਇਹ ਸਿੱਖਿਆ ਅੰਮ੍ਰਿਤ ਪ੍ਰਚਾਰ ਵੇਲੇ ਪਰੰਪਰਾ ਤੋਂ ਚੱਲੀ ਆ ਰਹੀ ਹੈ।
ਰਹਿਤਨਾਮਿਆਂ ਅਤੇ ਇਤਿਹਾਸ ਵਿੱਚ ਇਸ ਗੱਲ ਦਾ ਚੰਗੀ ਤਰ੍ਹਾਂ ਨਖੇੜਾ ਕੀਤਾ ਗਿਆ ਹੈ। ਜੇ ਗੁਰੂ ਜੀ ਨੇ ਸਿੱਖਾਂ ਨੂੰ ਮਾਸ ਖਾਣ ਤੋਂ ਵਰਜਣਾ ਸੀ ਤਾਂ ਇਸ ਲਫ਼ਜ਼ ਦੇ ਥਾਂ ਕੁੱਠਾ ਆਖਣ ਦੀ ਕੋਈ ਲੋੜ ਹੀ ਨਹੀਂ ਸੀ। ਜਿਹੜੀ ਕੌਣ ਕਿਰਿਆ ਦੇ ਲੱਛਣ ਭਾਈ ਸਾਹਿਬ ਕੋਸ਼ ਅਨੁਸਾਰ ਕਰਦੇ ਹਨ ਉਹ ਇੱਥੇ ਨਹੀਂ ਘਟਦੇ, ਜਿਸ ਨੂੰ ਮੁਸਲਮਾਨ ਹਲਾਲ ਆਖ ਕੇ ਆਦਰ ਬੋਧਕ ਬਣਾਉਂਦੇ ਹਨ। ਸਿੱਖਾਂ ਨੇ ਉਸ ਦਾ ਨਾਮ ਕੁੱਠਾ ਉਸ ਨੂੰ ਨਿਰਾਦਰ ਬੋਧਕ ਬਣਾਉਣ ਲਈ ਵਰਤਿਆ ਹੈ, ਜਿਸ ਦੇ ਅਰਥ ਹਨ ਜਾਨਵਰਾਂ ਨੂੰ ਬਹੁਤ ਦੁੱਖ ਦੇ ਕੇ ਅਰ ਤੜਫਾ ਕੇ ਮਾਰਨਾ ਤੇ ਨਾਲ ਹੀ ਕਲਮਾ ਪੜ੍ਹ ਕੇ ਉਸ ਨੂੰ ਖੁਦਾ ਦੇ ਖਾਣ ਯੋਗ ਹੋ ਗਿਆ ਆਖਣਾ। ਕੁੱਠਾ ਸ਼ਬਦ ਮੁਸਲਮਾਨਾਂ ਦੇ ਮੰਨੇ ਹੋਏ ਹਲਾਲ ਮਾਸ ਲਈ ਸਿੱਖਾਂ ਵਿੱਚ ਪੂਰੀ ਤੌਰ ਤੇ ਪ੍ਰਸਿੱਧ ਹੋ ਚੁੱਕਾ ਸੀ। ਕਦੇ ਕਿਸੇ ਸਿੱਖ ਨੂੰ ਇਸ ਗੱਲ ਦਾ ਭੁਲੇਖਾ ਨਹੀਂ ਸੀ ਪਿਆ ਕਿ ਇਸ ਦੇ ਅਰਥ ਹਰ ਪ੍ਰਕਾਰ ਦਾ ਮਾਸ ਵੀ ਹੋ ਸਕਦੇ ਹਨ। ਇਸ ਗੱਲ ਨੂੰ ਸਮਝਣ ਲਈ ਕਿਸੇ ਵਿਆਕਰਨ ਦੇ ਜਾਂ ਲੁਗਾਤੀ ਝੰਬੇਲੇ ਵਿੱਚ ਪੈਣ ਦੀ ਲੋੜ ਨਹੀਂ। ਅਨੇਕਾਂ ਸ਼ਬਦ ਐਸੇ ਮਿਲ ਸਕਦੇ ਹਨ ਕਿ ਜਿਨ੍ਹਾਂ ਦਾ ਅਰਥ ਕਿਸੇ ਸਮੇਂ ਕੋਈ ਹੋਰ ਸੀ ਤੇ ਕਿਸੇ ਸਮੇਂ ਹੋਰ। ਤੁਸੀਂ ਇੱਕ ਹਰੀਜਨ ਸ਼ਬਦ ਨੂੰ ਹੀ ਲੈ ਲਵੋ। ਗੁਰਬਾਣੀ ਵਿੱਚ ਹਰੀਜਨ ਸ਼ਬਦ ਦੇ ਅਰਥ ਹਨ ਹਰੀ ਦਾ ਭਗਤ, ਜਿਹਾ ਕਿ ਮੇਰੇ RAM ਹਰ ਜਨ ਕੈ ਹੋਂ ਬਲ ਜਾਈ ਆਦਿਕ। ਪਰ ਕੋਈ ਸਮਾਂ ਐਸਾ ਵੀ ਆ ਚੁੱਕਾ ਹੈ ਜਦੋਂ ਕਿ ਇਸ ਦਾ ਅਰਥ ਹਰਾਮ ਦੇ ਮੁੰਡੇ ਕੁੜੀਆਂ ਵੀ ਸਮਝਿਆ ਜਾਂਦਾ ਸੀ। ਅੱਜ ਕੱਲ੍ਹ ਇਹ ਸ਼ਬਦ ਖਾਸ ਇੱਕ ਤਬਕੇ ਲਈ ਪ੍ਰਸਿੱਧ ਹੋ ਚੁੱਕਾ ਹੈ। ਸੋ ਹੁਣ ਨਾ ਇਸ ਦੇ ਅਰਥ ਗੁਰਬਾਣੀ ਵਾਲੇ ਹਰ ਜਾਂਦੇ ਹਨ ਤੇ ਨਾ ਹੀ ਹਰਾਮ ਦੇ ਮੁੰਡੇ ਕੁੜੀਆਂ। ਸਮੇਂ ਨੇ ਇਹ ਸ਼ਬਦ ਵਿੱਚ ਇਨਕਲਾਬ ਲੈ ਆਂਦਾ ਹੈ। ਇਸ ਵੇਲੇ ਜਦੋਂ ਅਸੀਂ ਅਖਬਾਰਾਂ ਵਿੱਚ ਹਰੀਜਨ ਮੈਂਬਰ, ਹਰੀਜਨਾਂ ਦਾ ਜਲਸਾ ਤੇ ਹਰੀਜਨਾਂ ਦੇ ਹੱਕ ਆਦਿ ਲਫ਼ਜ਼ ਲਿਖੇ ਹੋਏ ਵੇਖਾਂਗੇ ਤਾਂ ਸਾਨੂੰ ਫੌਰਨ ਸਮਝ ਆ ਜਾਵੇਗੀ ਕਿ ਇਸ ਦੇ ਕੀ ਅਰਥ ਹਨ। ਕੁੱਠਾ ਸ਼ਬਦ ਦੇ ਮੁਤਲਕ ਭਾਈ ਸਾਹਿਬ ਦੇ ਸ਼ਾਲਵਾਕ ਆਪ ਉਚਰਦੇ ਹਨ ਕਿ ਜੇ ਉਹਨਾਂ ਦੀ ਨਿੱਜੀ ਕਥਨੀ ਅਨੁਸਾਰ ਹੀ ਕੁੱਠਾ ਪਦ ਦੇ ਅਰਥ ਮੁਸਲਮਾਨ ਦੇ ਹਲਾਲੀ ਮਾਸ ਦੇ ਹੀ ਹਨ, ਤਦ ਸਿੱਧ ਹੋਇਆ ਕਿ ਮੁਸਲਮਾਨਾਂ ਦੇ ਹਲਾਲ ਮਾਸ ਤੋਂ ਛੁੱਟ ਸਰਬ ਪ੍ਰਕਾਰ ਦਾ ਮਾਸ ਖਾ ਲੈਣ ਦੀ ਸਿੱਖਾਂ ਨੂੰ ਛੋਟ ਹੈ। ਚਾਹੇ ਈਸਾਈ ਬੁੱਚੜਾਂ ਦਾ ਬੁਰਾ ਮਾਸ ਹੋਵੇ, ਚਾਹੇ ਬਿੱਲੀ ਕੁੱਤੇ ਦਾ ਮਾਰਿਆ ਮਾਸ ਹੋਵੇ, ਚਾਹੇ ਸ਼ੇਰ ਬਘਿਆੜ ਦਾ ਝੂਠਾ ਮਾਸ ਹੋਵੇ, ਚਾਹੇ ਆਪੋ ਮਰੇ ਜੀਵ ਦਾ ਮੁਰਦਾਰ ਮਾਸ ਹੋਵੇ। ਮਾਲੂਮ ਹੁੰਦਾ ਹੈ ਕਿ ਗੁਰੂ ਸਾਹਿਬ ਜਾਣਦੇ ਸਨ ਕਿ ਸਾਡੇ ਪਿੱਛੋਂ 200-250 ਸਾਲ ਬਾਅਦ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਨਾਰੰਗਵਾਲ ਵਿੱਚ ਇੱਕ ਸਿੱਖ ਪੈਦਾ ਹੋਵੇਗਾ ਜੋ ਸਿੱਖਾਂ ਨੂੰ ਬੁੱਧੂ ਸਮਝ ਕੇ ਅਜਿਹੀਆਂ ਹੋਇਤਾਂ ਖੜੀਆਂ ਕਰਕੇ ਪੁੱਠੇ ਰਾਹ ਪਾਉਣ ਦੀ ਕੋਸ਼ਿਸ਼ ਕਰੇਗਾ। ਇਸ ਲਈ ਉਹਨਾਂ ਨੇ ਇਸ ਢੁੱਚਰ ਤੋਂ ਬਚਾਉਣ ਲਈ ਜਦੋਂ ਕੁੱਠਾ ਸ਼ਬਦ ਦੇ ਜ਼ਰੀਏ ਮੁਸਲਮਾਨਾਂ ਦੇ ਹਲਾਲੀ ਮਾਸ ਤੋਂ ਸਿੱਖਾਂ ਨੂੰ ਵਰਜਿਆ ਤਾਂ ਇਸ ਦੇ ਨਾਲ ਦੂਜੀ ਗੱਲ ਵੀ ਨਿਰਣੇ ਕਰ ਦਿੱਤੀ। ਜਥਾ ਲੈ ਤੁਰਕਨ ਤੇ ਮਾਸ ਜੋ ਖਾਵੇ, ਬਿਨ ਗੁਰ ਸ਼ਬਦ ਬਚਨ ਜੋ ਗਾਵੇ। ਕੁੱਠਾ ਹੁੱਕਾ ਚਰਸ ਤਮਾਕੂ, ਗਾਂਜਾ ਟੋਪੀ ਤਾੜੀ ਖਾਕੂ। ਇਨਕੀ ਔਰ ਨ ਕਬਹੂ ਦੇਖੈ, ਰਹਿਤਵੰਤ ਸੋ ਸਿੰਘ ਵਸੇਖੈ। और इन वस्तुओं में अपनी देही के माफक होवो से सब खाए। मांस मच्छी में भी विचार है कि अखेड़ बिरत कर खाए। जिसनू हथियार कर मारे उसी को पवित्र कर जाने, और जो शिकार ना कर सके ता झटका खाए। प्रेम सुमार्ग 1880-85 ਦੀ ਲਿਖਤ। ले तुरकन दे मांस जो खावे कह के कुठे ਦਾ अर्थ स्पष्ट कर दिता है। ਅੱਗੇ ਵਾਰਤਕ ਵਿੱਚ ਸ਼ਿਕਾਰ ਤੇ ਝਟਕਾ ਲਿਖ ਕੇ ਕਿਸੇ ਕਿਸਮ ਦਾ ਰਲਾ ਨਹੀਂ ਰਹਿਣ ਦਿੱਤਾ। ਨੰਬਰ 2, ਰਹਿਤ ਦਾ ਉਪਦੇਸ਼ ਦੇਣ ਵਾਲੇ ਗੁਰੂ ਜੀ ਨੇ ਸਿੱਖਾਂ ਨੂੰ ਇਹ ਹੁਕਮ ਦਿੱਤਾ, ਕੁਸਿਆ ਮਾਸ ਨਾ ਖਾਈਏ, ਪਾਲਿਆ ਖਾਵੇ ਨਾ ਸੂਰ। 100 ਸਾਖੀ। ਇੱਥੇ ਵੀ ਕੁਸਿਆ ਮਾਸ ਦਾ ਅਰਥ ਮੁਸਲਮਾਨੀ ਮਾਸ ਕੁੱਠਾ ਹੀ ਹੈ। ਜੇ ਇੱਥੇ ਕੁਸਿਆ ਦਾ ਅਰਥ ਨਿਰਾ ਮਾਸ ਹੀ ਹੁੰਦਾ ਤਾਂ ਨਾਲ ਪਾਲਿਆ ਖਾਏ ਨਾ ਸੂਰ ਲਿਖਣ ਦੀ ਕੋਈ ਲੋੜ ਹੀ ਨਹੀਂ ਸੀ, ਕਿਉਂਕਿ ਸੂਰ ਵੀ ਤਾਂ ਮਾਸ ਦਾ ਹੀ ਪੁਤਲਾ ਹੈ। ਨੰਬਰ 3, ਭਾਈ ਰਤਨ ਸਿੰਘ ਜੀ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਇੰਜ ਲਿਖਦੇ ਹਨ, ਦੋਵੇਂ ਵੇਲੇ ਉੱਠ ਬੰਧਿਓ ਦਸਤਾਰੇ, ਪੈਰ ਆਠ ਰੱਖਿਓ ਸ਼ਸਤਰ ਸੰਭਾਰੇ, ਪੀਓ ਸੁਧਾਰ ਅਰ ਖੇਲੋ ਸ਼ਿਕਾਰ, ਸ਼ਸਤਰ ਵਿਦਿਆ ਜਿਮ ਹੋਏ ਸੰਭਾਰ, ਕਰ ਝਟਕੇ ਬਕਰਨ ਕੋ ਖਾਇਓ, ਮੁਰਤੇ ਕੁੱਠੇ ਕੇ ਨਿਕਟ ਨਾ ਜਾਇਓ। ਸੋ ਇੱਥੇ ਇਸ ਨਿਹੰਗ ਸਿੰਘ ਦੇ ਸਲੋਤਰੇ ਨੇ ਤਾਂ
ਭਾਈ ਸਾਹਿਬ ਦੀ ਹੁਜਤ ਦੀਆਂ ਦੋਵੇਂ ਲੱਤਾਂ ਹੀ ਭੰਨ ਦਿੱਤੀਆਂ ਹਨ। ਕੁੱਠੇ, ਝਟਕੇ ਤੇ ਮੁਰਦਾਰ ਦਾ ਵੇਰਵਾ ਦੱਸ ਦਿੱਤਾ ਹੈ। ਕੁੱਠਾ ਸ਼ਬਦ ਪ੍ਰਸਿੱਧ ਕਿਵੇਂ ਹੋਇਆ? ਇਸ ਸ਼ਬਦ ਦੀ ਵਰਤੋਂ ਦਾ ਰਿਵਾਜ ਇਸ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਵਾਲੀ ਤੁਕ ਤੋਂ ਪਿਆ। ਇਹ ਤੁਕ ਇਤਨੀ ਸਿੱਖਾਂ ਦੇ ਮੂੰਹ ਚੜ੍ਹ ਗਈ ਸੀ ਕਿ ਹਰ ਇੱਕ ਸਿੱਖ ਇਸ ਦੇ ਅਰਥਾਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਫਿਰ ਇਸ ਪਦ ਨਾਲੋਂ ਆਦ ਵਿੱਚੋਂ ਅਪਾਖਿਆ ਕਾ ਅਤੇ ਅੰਤ ਵਿੱਚੋਂ ਬੱਕਰਾ ਖਾਣਾ ਸ਼ਬਦ ਛੱਡ ਦਿੱਤੇ ਗਏ। ਦੁਨੀਆ ਵਿੱਚ ਕਈ ਵਾਰ ਕਈਆਂ ਸ਼ਬਦਾਂ ਨੂੰ ਛੋਟਾ ਕਰਕੇ ਵਰਤਣ ਦਾ ਰਿਵਾਜ ਪੈ ਜਾਂਦਾ ਹੈ ਤੇ ਅਗਲੇ ਪਿਛਲੇ ਅੱਖਰ ਕੱਟ ਦਿੱਤੇ ਜਾਂਦੇ ਹਨ। ਇਸ ਵੇਲੇ ਹਿੰਦੁਸਤਾਨ ਤੇ ਪਾਕਿਸਤਾਨ ਦੋ ਸ਼ਬਦ ਸਾਡੇ ਸਾਹਮਣੇ ਮੌਜੂਦ ਹਨ, ਪਰ ਅਖਬਾਰਾਂ ਵਾਲੇ ਨਿਰਾ ਹਿੰਦ ਅਤੇ ਪਾਕ ਲਿਖ ਛੱਡਦੇ ਹਨ ਤੇ ਲਿਖਣ ਬੋਲਣ ਵਿੱਚ ਟਾਈਮ ਬਚਾਉਂਦੇ ਹਨ। ਇਸੇ ਤਰ੍ਹਾਂ ਅਪਾਖਿਆ ਕਾ ਕੁੱਠਾ ਬੱਕਰਾ ਵਾਲਾ ਸ਼ਬਦ ਘਸਦਾ ਨਿਰਾ ਕੁੱਠਾ ਹੀ ਰਹਿ ਗਿਆ। ਉਸ ਵੇਲੇ ਕਿਸੇ ਸਿੱਖ ਨੂੰ ਵੀ ਇਸ ਦੇ ਮੁਤਲਕ ਭੁਲੇਖਾ ਨਹੀਂ ਸੀ ਪਿਆ ਕਿ ਇਸ ਦਾ ਅਰਥ ਹਰ ਪ੍ਰਕਾਰ ਦਾ ਮਾਸ ਵੀ ਹੋ ਸਕਦਾ ਹੈ, ਕਿਉਂਕਿ ਉਸ ਵੇਲੇ ਸਿੱਖਾਂ ਵਿੱਚ ਇਸ ਦੇ ਉਲਟੇ ਪੁਲਟੇ ਅਰਥ ਸਮਝ ਲੈਣ ਵਾਲਾ ਕੋਈ ਨਹੀਂ ਸੀ। ਸ਼ੇਰ, ਬਘਿਆੜ ਆਦਿਕ ਜਾਨਵਰਾਂ ਦਾ ਜੂਠਾ ਤੇ ਮੁਰਦਾਰ ਮਾਸ ਪ੍ਰਤੱਖ ਤੌਰ ਤੇ ਕੋਈ ਖਾਂਦਾ ਹੀ ਨਹੀਂ ਸੀ, ਕਿਉਂਕਿ ਇਹਨਾਂ ਜਾਨਵਰਾਂ ਦਾ ਪਾੜਿਆ ਝੀੜਾ ਮਾਸ ਜ਼ਹਿਰੀਲਾ ਹੋ ਜਾਂਦਾ ਹੈ। ਇਸ ਲਈ ਇਸ ਤੋਂ ਐਸੇ ਭੁਲੇਖੇ ਦੀ ਸੰਭਾਵਨਾ ਵੀ ਨਹੀਂ ਸੀ। ਬਿੱਲੀ ਦਾ ਜੂਠਾ ਮਾਸ ਤਾਂ ਕੀ, ਦੁੱਧ ਪੀਣਾ ਵੀ ਹਜ਼ੀਰਾਂ ਦੀ ਬਿਮਾਰੀ ਦਾ ਕਾਰਨ ਸਮਝ ਕੇ ਲੋਕ ਨਹੀਂ ਸਨ ਪੀਂਦੇ। ਪਰ ਸ਼ਿਕਾਰ ਵਿੱਚ ਕੁੱਤਿਆਂ ਦਾ ਪਾੜਿਆ ਮਾਸ ਦਾ ਕੀ ਬਣਾਉਣਾ ਚਾਹੀਦਾ ਹੈ, ਉਹ ਅਸੀਂ ਭਾਈ ਗੁਰਦਾਸ ਜੀ ਕੋਲੋਂ ਪੁੱਛ ਕੇ ਨਿਰਣਾ ਕਰ ਲਵਾਂਗੇ, ਜਿਸ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੋਲੋਂ ਕੁੱਤੇ ਰੱਖ ਸ਼ਿਕਾਰ ਖਿਲਾਇਆ ਸੀ। ਈਸਾਈ ਬੁੱਚੜਾਂ ਦੇ ਮਾਸ ਦਾ ਝਗੜਾ ਉਸ ਵੇਲੇ ਕੋਈ ਨਹੀਂ ਸੀ, ਕਿਉਂਕਿ ਈਸਾਈਅਤ ਉਸ ਵੇਲੇ ਪੰਜਾਬ ਤਥਾ ਹਿੰਦੁਸਤਾਨ ਵਿੱਚ ਫੈਲੀ ਨਹੀਂ ਸੀ। ਇਸ ਲਈ ਇਸ ਦਾ ਵਿਚਾਰ ਤਾਂ ਮਗਰੋਂ ਹੀ ਹੋ ਸਕਦਾ ਸੀ। ਸੋ ਆਓ ਅਸੀਂ ਹੁਣ ਰਲ ਕੇ ਸਰਬਸੰਮਤੀ ਨਾਲ ਇਸ ਦੇ ਬਾਰੇ ਵੀ ਫੈਸਲਾ ਕਰ ਲਈਏ। ਪਹਿਲਾ ਫੈਸਲਾ ਤਾਂ ਅੱਗੇ ਹੋਇਆ ਹੀ ਪਿਆ ਹੈ। ਅਸੀਂ ਤੁਹਾਨੂੰ ਰਹਿਤ ਬੈਤ ਦੇ ਪੱਕੇ, ਅੰਮ੍ਰਿਤ ਵੇਲੇ ਜਾਗਣ ਵਾਲੇ, 5 ਕਕਾਰੀ ਦੇ ਧਾਰਨੀ, 5 ਬਾਣੀਆਂ ਪੜ੍ਹਨ ਵਾਲੇ ਤੇ ਦਸਵੰਧ ਦੇਣ ਵਾਲੇ, ਪੰਚ ਪ੍ਰਵਾਨ, ਪੰਚ ਪ੍ਰਦਾਨ ਲੱਭ ਦਿਆਂਗੇ। ਤੇ ਜੇ ਤੁਹਾਨੂੰ ਸਾਡੇ ਤੇ ਇਤਬਾਰ ਨਹੀਂ ਤਾਂ ਅਸੀਂ ਵੀ ਮਾਸ ਤਿਆਗੀ ਸੱਜਣਾ ਨੂੰ ਪਾਖੰਡੀ ਸਮਝ ਕੇ ਇਤਬਾਰ ਨਹੀਂ ਕਰਾਂਗੇ। ਭਾਈ ਸਾਹਿਬ ਨੇ ਸ਼ੀਸ਼ ਮਹੱਲ ਵਿੱਚ ਬੈਠ ਕੇ ਲੋਕਾਂ ਉੱਤੇ ਪੱਥਰ ਸੁੱਟੇ ਹਨ। ਆਪ ਨੇ ਭਾਂਗ ਮਾਛਲੀ ਦਾ ਪ੍ਰਮਾਣ ਪੇਸ਼ ਕੀਤਾ ਹੈ। ਇੱਥੇ ਵੀ ਤਾਂ ਇਕੱਲੀ ਮੱਛੀ ਦਾ ਹੀ ਜ਼ਿਕਰ ਹੈ ਕਿ ਇਸ ਤਰ੍ਹਾਂ ਇਸ ਤੋਂ ਵੀ ਇਹ ਭਾਵ ਨਹੀਂ ਗ੍ਰਹਿਣ ਕੀਤਾ ਜਾ ਸਕਦਾ ਕਿ ਭਗਤ ਜੀ ਸਿਰਫ ਮੱਛੀ ਦੇ ਮਾਸ ਤੋਂ ਹੀ ਰੋਕਦੇ ਹਨ ਤੇ ਬਾਕੀ ਕੁੱਤੇ, ਬਿੱਲੇ, ਚੂਹੇ, ਡੱਡੂ ਤੇ ਕੱਟੇ ਵੱਛੇ ਤੇ ਹੋਰ ਹਰ ਪ੍ਰਕਾਰ ਦਾ ਮੁਰਦਾਰ ਖਾਣ ਦੀ ਖੁੱਲ੍ਹ ਕਰ ਗਏ ਹਨ ਤੇ ਖੂਬ ਖਾਣਾ ਖਿਚੜੀ ਲੈ ਕੇ ਸਿਰਫ ਖਿਚੜੀ ਖਾਣ ਦੀ ਆਗਿਆ ਦਿੰਦੇ ਹਨ। ਤੇ ਇਸ ਤੋਂ ਬਿਨਾਂ ਕੜਾਹ ਪੂੜੀ, ਕਣਕ ਦੇ ਪਰੌਂਠੇ, ਦਾਲ, ਸਬਜ਼ੀ, ਆਲੂ, ਗੋਭੀ ਤੇ ਭਿੰਡੀਆਂ, ਤੋਰੀਆਂ ਵਗੈਰਾ ਸਭ ਬੰਦ ਕਰ ਗਏ ਹਨ। ਪਿਆਰਿਓ, ਮਾਸ ਤਿਆਗੀ ਗੁਰਮੁਖੋ, ਰਹਿਤਨਾਮਿਆਂ ਤੇ ਸਿੱਖ ਇਤਿਹਾਸਕਾਰਾਂ ਨੇ ਤਾਂ ਇਸ ਘੁੰਡੀ ਨੂੰ ਚੰਗੀ ਤਰ੍ਹਾਂ ਖੋਲ੍ਹ ਦਿੱਤਾ ਹੈ, ਪਰ ਭਗਤ ਜੀ ਮਹਾਰਾਜ ਤਾਂ ਬੜੀ ਭਾਰੀ ਗੁੰਜਾਇਸ਼ ਛੱਡ ਗਏ ਹਨ। ਇਸ ਲਈ ਸਾਨੂੰ ਤਾਂ ਇਹ ਹੱਕ ਹੈ ਕਿ ਮੱਛੀ ਦੇ ਮਾਸ ਨੂੰ ਛੱਡ ਕੇ ਤੁਹਾਨੂੰ ਕੁੱਤਿਆਂ ਦਾ ਮਾਸ ਤੇ ਮੁਰਦਾਰ ਖਾ ਜਾਣ ਲਈ ਆਖੀਏ ਤੇ ਕੜਾਹ ਪ੍ਰਸ਼ਾਦ ਦਾ ਥਾਲ ਤੁਹਾਡੇ ਕੋਲੋਂ ਬਦੋ ਬਦੀ ਖੋਹ ਲਈਏ ਤੇ ਖਿਚੜੀ ਵਾਲੇ ਦੇਗਬਰਾਂ ਵਿੱਚ ਖੂਬ ਗੋਤੇ ਦਈਏ। ਸੱਜਣੋ, ਜਿਹੜੀ ਚੀਜ਼ ਕੋਈ ਇਨਸਾਨ ਕੁਦਰਤੀ ਤੌਰ ਤੇ ਨਹੀਂ ਖਾਂਦਾ, ਉਸ ਦੀ ਬਾਬਤ ਇਹ ਆਖਣ ਦੀ ਲੋੜ ਨਹੀਂ ਹੁੰਦੀ ਕਿ ਫਲਾਣੀ ਚੀਜ਼ ਨਹੀਂ ਖਾਣੀ ਚਾਹੀਦੀ। ਇਸ ਲਈ ਕਿਸੇ ਸੱਜਣ ਨੇ ਉਹਨਾਂ ਚੀਜ਼ਾਂ ਦੇ ਨਾ ਖਾਣ ਦੀ ਹਦਾਇਤ ਨਹੀਂ ਕੀਤੀ, ਕਿਉਂਕਿ ਬਿਨਾਂ ਕਿਸੇ ਪ੍ਰਕਾਰ ਦੀ ਹਦਾਇਤ ਦੇ ਉਹਨਾਂ ਨੂੰ ਸੁਭਾਵਕ ਹੀ ਨਹੀਂ ਖਾਧਾ ਜਾਂਦਾ, ਜਿਹਾ ਕਿ ਵਿਸ਼ਟਾ, ਮੂਤਰ ਤੇ ਚਿੱਕੜ ਆਦਿਕ। ਹੋਰ ਕੁੱਠਾ ਸ਼ਬਦ ਦਾ ਅੱਖਰੀ ਅਰਥ ਭਾਈ ਸਾਹਿਬ ਨੇ ਤਿੱਖੇ ਹਥਿਆਰ ਨਾਲ ਮਾਰਿਆ ਹੋਇਆ ਕੀਤਾ ਹੈ। ਭਾਈ ਸਾਹਿਬ ਦੀ ਖਿੱਚਾ ਖਿੱਚੀ ਅਨੁਸਾਰ ਤਾਂ ਇਸ ਵਿੱਚੋਂ ਇਹ ਗੁੰਜਾਇਸ਼ ਨਿਕਲਦੀ ਹੈ ਕਿ ਤੁਸੀਂ ਤਿੱਖੇ ਹਥਿਆਰ ਨਾਲ ਜਾਨਵਰ ਨਾ ਮਾਰੋ ਤੇ ਖੁੰਡੇ ਨਾਲ, ਡਾਂਗ ਨਾਲ, ਇੱਟ ਪੱਥਰ ਜਾਂ ਹਥੌੜੇ ਮੂੰਗਲੀ ਨਾਲ ਸਿਰ ਭੰਨ ਕੇ ਜਾਂ ਗਲ ਘੁੱਟ ਕੇ ਮਾਰ ਲਿਆ ਕਰੋ। ਜੇ ਕੁੱਠਾ ਸ਼ਬਦ ਨੂੰ ਵੱਖਰਾ ਕਰਕੇ ਮਾਰਿਆ ਹੋਇਆ ਅਰਥ ਕੀਤਾ ਜਾਵੇ ਤਾਂ ਦੂਜੇ ਪਾਸੇ ਇਹ ਦਲੀਲ ਪੈਦਾ ਹੋ ਸਕਦੀ ਹੈ ਕਿ ਆਪਣੇ ਆਪ ਮੋਏ ਹੋਏ ਜਾਨਵਰ ਦਾ ਮਾਸ ਮੁਰਦਾਰ ਖਾਣ ਦੀ ਖੁੱਲ੍ਹ ਹੋ ਗਈ ਹੈ। ਕਿੱਡੀ ਹਾਸੋਹੀਣੀ ਗੱਲ ਹੈ। ਭਾਈ ਕਾਹਨ ਸਿੰਘ ਨੇ
ਇਸ ਸ਼ਬਦ ਨੂੰ ਫਾਰਸੀ ਵਿੱਚੋਂ ਨਿਕਲਿਆ ਸਾਬਤ ਕੀਤਾ ਹੈ, ਜਿਹਾ ਕਿ ਕੁਸ਼ਤਾ, ਕੁਸ਼ਤੰਦਾ, ਕੁਸ਼ਤਨੀ, ਹੋਰ ਜਿਵੇਂ ਘਸਿਆ ਤੋਂ ਘੱਠਾ, ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਰੁੱਸਿਆ ਤੋਂ ਰੁੱਠਾ, ਤੂੰ ਰੁੱਠਾ ਮੁਝ ਮੈਂ ਕੁਝ ਨਾ ਸਿਖਾਵੇ, ਗਰਸਿਆ ਤੋਂ ਗਰੱਠਾ, ਦੁੱਖ ਰਹਿਣ ਗਰੱਠੇ ਆਦਿਕ ਸ਼ਬਦ ਹਨ। ਇਸੇ ਤਰ੍ਹਾਂ ਇਹ ਪਦ ਕੁਸ਼ਤ ਪੰਜਾਬੀ ਵਿੱਚ ਆ ਕੇ ਪਹਿਲੇ ਕੁਸਿਆ ਤੇ ਫਿਰ ਕੁੱਠੇ ਦਾ ਰੂਪ ਧਾਰਨ ਕਰ ਗਿਆ। ਇਸ ਲਈ ਇਸ ਗੱਲ ਤੇ ਜ਼ਿੱਦ ਕਰਨੀ ਕਿ ਇਹ ਸ਼ਬਦ ਕੇਵਲ ਹਿੰਦੀ ਭਾਸ਼ਾ ਨਾਲ ਹੀ ਸੰਬੰਧ ਰੱਖਦਾ ਹੈ, ਉਹਨਾਂ ਦੀ ਮੁਕੰਮਲ ਖੋਜ ਦਾ ਨਤੀਜਾ ਨਹੀਂ। ਪ੍ਰੋਫੈਸਰ ਸਾਹਿਬ ਸਿੰਘ ਜੀ ਇਸ ਦੇ ਸੰਬੰਧ ਵਿੱਚ ਇਸ ਤਰ੍ਹਾਂ ਲਿਖਦੇ ਹਨ, ਮੁਸਲਮਾਨ ਪਸ਼ੂ ਨੂੰ ਤਲਵਾਰ ਦੇ ਇੱਕੋ ਵਾਰ ਨਾਲ ਮਾਰਨ ਦੇ ਥਾਂ ਛੁਰੀ ਨਾਲ ਕੋਹ ਮਾਰਦੇ ਹਨ। ਇਸ ਵਾਸਤੇ ਇਸ ਨੂੰ ਕੋਇਆ ਹੋਇਆ ਜਾਂ ਕੁੱਠਾ ਮਾਸ ਆਖੀਦਾ ਹੈ। ਕੁਹਣਾ ਤੋਂ ਕੁੱਠਾ ਪੁਤਕਾਰ ਦੰਤਕ ਹੈ। ਜਦੋਂ ਵੀ ਕਿਸੇ ਹੋਰ ਦੇਸ਼ ਦੇ ਲੋਕ ਕਿਸੇ ਦੂਜੇ ਦੇਸ਼ ਨੂੰ ਆਪਣਾ ਗੁਲਾਮ ਬਣਾਉਂਦੇ ਹਨ ਤਾਂ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਸ਼ਸਤਰਹੀਣ ਕੀਤਾ ਜਾਂਦਾ ਹੈ। ਹਿੰਦੁਸਤਾਨ ਵਿੱਚ ਤਾਂ ਬ੍ਰਾਹਮਣਾਂ ਦੀ ਕਿਰਪਾ ਨਾਲ ਅੱਗੇ ਹੀ 3/4 ਲੋਕ ਸ਼ਸਤਰਹੀਣ ਸਨ। ਸਿਰਫ ਛਤਰੀ, ਰਾਜਪੂਤ, ਮਰਾਠੇ ਆਦਿ ਲੋਕ ਹੀ ਸ਼ਸਤਰ ਧਾਰਨ ਕਰਨ ਦੇ ਹੱਕਦਾਰ ਸਨ। ਸੋ ਹਿੰਦੂ ਕੌਮ ਨੂੰ ਸ਼ਸਤਰਹੀਣ ਕਰਨ ਲਈ ਪਠਾਨਾਂ ਤੇ ਮੁਗਲਾਂ ਨੂੰ ਬਹੁਤ ਮਿਹਨਤ ਨਹੀਂ ਕਰਨੀ ਪਈ ਸੀ। ਫਿਰ ਵੀ ਜੋ ਕੁਝ ਉਹਨਾਂ ਕੀਤਾ ਆਪਣੇ ਕਾਜ਼ੀਆਂ ਦੀ ਮਦਦ ਨਾਲ ਸ਼ਰਅ ਦੇ ਹੁਕਮ ਅਨੁਸਾਰ ਕੀਤਾ। ਕਸਾਈ ਦੇ ਹੱਥ ਦੇ ਬਣੇ ਮਾਸ ਤੋਂ ਛੁੱਟ ਸਭ ਦੀ ਮਨਾਹੀ ਕਰ ਦਿੱਤੀ। ਇਸ ਦਾ ਭਾਵ ਇਹ ਸੀ ਕਿ ਮਾਸ ਖਾਣ ਦੇ ਬਹਾਨੇ ਕਿਸੇ ਹਿੰਦੂ ਕੋਲ ਕੋਈ ਸ਼ਸਤਰ ਨਾ ਰਹਿ ਜਾਏ। ਸਿੱਖ ਧਰਮ ਦਾ ਨਿਸ਼ਾਨਾ ਹੈ ਕਿ ਨਾ ਕਿਸੇ ਤੋਂ ਡਰੇ ਤੇ ਨਾ ਹੀ ਡਰਾਵੇ। ਸ਼ਸਤਰਹੀਣ ਹੋਣਾ ਆਪਣੀ ਮੌਤ ਸਹੇੜਨੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਣਖ ਘਾਤਕ ਹੇਠੀ ਭਰੀ ਅਤੇ ਗੁਲਾਮੀ ਵਿੱਚ ਜਕੜਨ ਵਾਲੀ ਬੰਦਸ਼ ਨੂੰ ਠੁਕਰਾ ਦਿੱਤਾ ਅਤੇ ਹੁਕਮ ਕੀਤਾ ਕਿ ਕੋਈ ਸਿੱਖ ਕੁੱਠਾ ਮਾਸ ਨਾ ਖਾਏ। ਜੀਵਨ ਬਿਰਤਾਂਤ ਗੁਰੂ ਗੋਬਿੰਦ ਸਿੰਘ ਜੀ, ਸਫਾ 129। ਕਿਤਾਬ ਝਟਕਾ ਪ੍ਰਕਾਸ਼ ਭਾਗ ਪਹਿਲਾ। ਕਿਤਾਬ ਝਟਕਾ ਪ੍ਰਕਾਸ਼ ਭਾਗ ਪਹਿਲਾ। ਲੇਖਕ ਗਿਆਨੀ ਨਰਿੰਜਨ ਸਿੰਘ ਸਰਲ, ਸਾਬਕਾ ਪ੍ਰਚਾਰਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।